औरत नूं अज नहीं सदियां तो किस तरीके उन्हें तुरना है, किस तरीके बैठना है, किस तरीके गल करनी, की उहदे शरीर का नाप होना चाहिए, किस तरीके दे उहदे बुल होने चाहिए ने। यानी हर एक चीज़ ते औरत दे उत्ते किते ना किते रोक टोक दे हिसाब नाल ते औरत सोचती है कि मैं यानी वस्त्र ला देवां, लंगेज राही आवां, ते या फिर मैं मार कुटाई वाल आ जावां, झूठे केस पा देवां। ਜਿਹੜਾ ਕੁਝ ਕੁ ਲੋਕ ਤੇ ਨੰਗੇਜ਼ਪਣੇ ਨੂੰ ਵੀ ਕਿ ਔਰਤਾਂ ਨੰਗੇਜ਼ਪਣੇ ਤੇ ਉਤਰ ਆਈਆਂ ਨੇ ਤੇ ਉਹ ਆਪਣੀ ਕਰਤਾਰ ਦੇ ਲਈ, ਆਪਣੇ ਸ਼ੋਸ਼ਣ ਦੇ ਲਈ ਵੀ ਕੁਝ ਕੁ ਲੋਕ ਨੇ, ਸਾਰੇ ਨਹੀਂ, ਉਹ ਇਹ ਵੀ ਇਲਜ਼ਾਮ ਲਾਉਂਦੇ भुल मिलती है तो वह गलत इस्तेमाल कर देती है। यही कारण है कि गुआंढ की धी सानू सौखी शिकार लगती है। ਸੋਚ ਬਦਲ ਸਕਦੀ ਹੈ ਜੀ। 6ਵੀਂ जमात का बच्चा ਉਹ यानी जबरी उस अपने आप ਨੂੰ ठोस ਰਿਹਾ तीजी जमात की बच्ची उत्ते। मैं किस बच्ची ਨੂੰ जो 18 या 20 साल की है ਉਹਨੂੰ ਇਹਦੇ 'ਚ ਮਜ਼ਾ ਆਏਗਾ ਕਿ ਮੇਰੇ ਤੋਂ ਅੱਧੇ यानी वस्त्र पवा के ते मेरी दादे की उम्र का बंदा मैनू उत्थे चुमदा है या मेरे घड़ीसदा है या मैनू लिपटदा है। कौन बच्ची ये पसंद कर सकती है? एक बार ये दिखा दिता जाए कि एक हफ्ता मेरिया पंजाब दियां औरतां खड़ के उत्थे गज्जियां, मैं तुहानू उसे दिन दावे नाल कह सकदी हां अग लग जानी जे पंजाब विच। ਸਤਿ ਸ਼੍ਰੀ ਅਕਾਲ ਜੀ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇਹਨੇ ਦਿਨੀ ਪੰਜਾਬ ਦੇ ਵਿੱਚ ਕਿਰਸਾਨੀ ਸੰਘਰਸ਼ ਆਪਣੇ ਪੂਰੇ ਜੋਬਨ ਦੇ ਉੱਤੇ ਹੈ। ਕੇਂਦਰ ਵੱਲੋਂ ਪੇਸ਼ਕਸ਼ ਵੀ ਆਈ ਹੈ ਤੇ ਇਸ ਸੰਘਰਸ਼ ਦੇ ਵਿੱਚ ਸਾਡੇ ਨੌਜਵਾਨ, ਸਾਡੀਆਂ ਬੀਬੀਆਂ, ਸਾਡੇ ਬੱਚੇ ਵੱਡੀ ਗਿਣਤੀ ਦੇ ਵਿੱਚ ਹਿੱਸਾ ਬਣੇ ਨੇ। ਪਰ ਇੱਕ ਬੜਾ ਅਹਿਮ ਜਿਹੜਾ ਅਸੀਂ ਕਹਿ ਸਕਦੇ ਹਾਂ ਕਿਰਦਾਰ, ਸਾਡੀਆਂ ਧੀਆਂ ਕਿਤੇ ਨਾ ਕਿਤੇ ਇਸ ਮੂਵਮੈਂਟ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਦਿਖਾਈ ਨਹੀਂ ਗਈ। ਇਸ ਪੂਰੇ ਮਾਮਲੇ ਦੇ ਉੱਤੇ ਪੂਰੇ ਵਰਤਾਰੇ ਨੂੰ ਸਮਝਣ ਦੇ ਵਾਸਤੇ ਅੱਜ ਅਸੀਂ ਪਹੁੰਚੇ ਹਾਂ ਦੁਨੀਆ ਦੇ ਨਾਮਵਰ ਡਾਕਟਰ ਹਰਸ਼ਿੰਦਰ ਕੌਰ ਉਹਨਾਂ ਕੋਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਹ ਵਰਤਾਰਾ ਸਾਡੇ ਸਮਾਜ ਦੇ ਵਿੱਚ ਆਇਆ ਤੇ ਆਇਆ ਕਿੱਥੋਂ। ਮੈਮ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਹਕੀਕਤ ਟੀਵੀ ਪੰਜਾਬੀ ਤੇ। सत श्री अकाल। ते गल दरअसल बड़ी ढुकवीं तुसी शुरू कीती है। जरा गौर करो कि साडे औरत नूं अज नहीं सदियां तो किस तरीके उन्हें तुरना है, किस तरीके बैठना है, किस तरीके गल करनी है, किन्ने बजे घरों निकलना है, किन्ने बजे वापस आना तो लैके की उहदे शरीर का नाप होना चाहिए, किस तरीके दे उहदे बुल होने चाहिए ने। यानी हर एक चीज़ ते औरत दे उत्ते किते ना किते रोक टोक दे हिसाब नाल, खिमा करियो, मर्द प्रधान समाज ने अपनी सोच लागू कर दिती। यानी वो ਇੰਨੀਆਂ ਕੁ ਬੇੜੀਆਂ ਦੇ ਵਿੱਚ ਬੰਨ ਦਿੱਤੀ ਗਈ ਕਿ ਭਾਈ ਜੇ ਤੇਰੇ ਪੁੱਤਰ ਹੋਏਗਾ ਤਾਂ ਹੀ ਤੇਰੀ ਸਮਾਜ ਵਿੱਚ ਬੁਕਤ ਹੋਏਗੀ, ਜੇ ਤੇਰਾ ਪਤੀ ਮਰ ਗਿਆ ਤਾਂ ਤੂੰ ਹੈ ਹੀ ਕੁਲੈਣੀ। ਯਾਨੀ ਹਰ ਪਾਸਿਓਂ ਉਹਨੂੰ ਅਧੀਨਗੀ ਸਿਖਾਈ ਗਈ। ਪਹਿਲੀ ਵਾਰ ਜੇ ਆਪਾਂ ਧਿਆਨ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਵਾਜ਼ ਚੁੱਕੀ ਸੀ ਔਰਤ ਦੇ ਹੱਕ ਵਿੱਚ, ਤਾਂ ਉਹ 10ਵੇਂ ਗੁਰੂ ਨਾਨਕ ਤੱਕ ਉਹੀ ਸੋਚ ਜਦੋਂ ਤੁਰੀ ਤਾਂ ਔਰਤ ਦੇ ਵਿੱਚ ਬਦਲਾਵ ਦੇਖਣ ਨੂੰ ਮਿਲਿਆ, ਜਿਹੜੀ ਖੁੱਲ੍ਹ ਵੇਖਦਿਆਂ ਮੁਸਲਮਾਨ ਔਰਤਾਂ ਵੀ, ਹਿੰਦੂ ਔਰਤਾਂ ਵੀ ਆਪਣੀ ਮਰਜ਼ੀ ਨਾਲ ਤਬਦੀਲ ਹੋਈਆਂ ਤੇ ਉਹਨਾਂ ਨੇ ਵੇਖਿਆ ਕਿ ਸਾਨੂੰ ਇੱਥੇ ਇਨਸਾਨ ਕਹਾਇਆ ਜਾਂਦਾ। ਤਾਂ ਅਸੀਂ ਇਹਦਾ ਮਤਲਬ ਹੈ ਬੋਲਣ ਦੀ ਸਾਨੂੰ ਖੁੱਲ੍ਹ, ਘਰੋਂ ਬਾਹਰ ਨਿਕਲ ਸਕਦੇ ਹਾਂ, ਖੇਤਾਂ ਵਿੱਚ ਕੰਮ ਕਰ ਸਕਦੇ ਹਾਂ ਤੋਂ ਲੈ ਕੇ ਉਹਨਾਂ ਨੇ ਘੁੜਸਵਾਰੀ ਵੀ ਸਿੱਖੀ ਅੱਗੋਂ, ਯਾਨੀ ਜੰਗਾਂ ਵੀ ਜਿੱਤੀਆਂ। ਇਹ ਸੀ ਇੱਕ ਜਿਹੜੀ ਤੁਸੀਂ ਵੇਖਦੇ ਹੋ ਕਿ ਇੱਕ ਦੱਬੀ ਕੁਚਲੀ ਔਰਤ ਪਰਦੇ ਪਿੱਛੇ ਰੱਖੀ ਤੋਂ ਤਬਦੀਲੀ ਆਉਂਦੇ ਸਾਰ, ਉਹਨੂੰ ਖੁੱਲ੍ਹ ਮਿਲਦੇ ਸਾਰ ਉਹਦੀ ਉੱਚੀ ਉਡਾਨ ਕਿੱਥੇ ਤੱਕ ਪਹੁੰਚੀ, ਮਾਈ ਭਾਗੋ ਤੱਕ ਪਹੁੰਚੇ ਸੀ। ਜੀ ਬਿਲਕੁਲ, ਜਿਹੜੀ ਵੰਗਾਰ ਪਾਉਣ ਜੋਗੀ ਬਣ ਗਈ ਸੀ। ਹੁਣ ਹੌਲੀ ਹੌਲੀ ਜਿਵੇਂ ਜਿਵੇਂ ਉਹ ਸੋਚ ਬਦਲੀ, ਜਿਵੇਂ ਜਿਵੇਂ ਕਹਿ ਲਓ ਕਿ ਮੁਗਲਾਂ ਦਾ ਜਾਂ ਅੱਗੋਂ ਜਿਵੇਂ ਜਿਵੇਂ ਫਿਰ ਤਬਦੀਲੀ ਹੋਈ, ਜਿਹੜੇ ਧਾਰਮਿਕ ਅਡੰਬਰਾਂ ਤੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਨੇ ਵਲਗਣਾ ਪਾਈਆਂ ਸੀ ਔਰਤ ਤੇ, ਜਿਹਦੇ ਵਿੱਚ ਅਸੀਂ ਸਤੀ ਪ੍ਰਥਾ ਵੀ ਵੇਖਦੇ ਹਾਂ, ਜਿੱਥੇ ਯਾਨੀ ਜਿਹੜੀਆਂ ਮੰਦਰਾਂ ਦੇ ਵਿੱਚ ਨਾਬਾਲਗ ਬੱਚੀਆਂ ਰੱਖੀਆਂ ਗਈਆਂ, ਦੇਵਦਾਸੀਆਂ ਬਣਾ ਕੇ, ਜਿਸ ਤਰੀਕੇ ਸਰੀਰਕ ਸ਼ੋਸ਼ਣ ਹੁੰਦਾ ਸੀ, ਸਾਰਾ ਕੁਝ ਕਿਤੇ ਲੁਕਿਆ ਨਹੀਂ ਹੋਇਆ। ਉਹ ਸਾਰੇ ਤੋਂ ਆਜ਼ਾਦੀ ਮਿਲਣ ਬਾਅਦ ਇੱਕ ਫਿਰ ਦੁਬਾਰਾ ਵੇਵ ਚੱਲੀ, ਜਿਹਦੇ ਵਿੱਚ ਦੁਬਾਰਾ ਔਰਤ ਨੂੰ ਅਧੀਨਗੀ ਦੇ ਅੰਦਰ ਮਤਲਬ ਲਿਆਉਣ ਲਈ ਇੱਕ ਪੁਰਜ਼ੋਰ ਕੋਸ਼ਿਸ਼ ਕੀਤੀ ਗਈ।
ਉਹਦੇ ਵਿੱਚ ਜੋ ਨਵੀਂ ਹੁਣ ਇਸ ਵੇਲੇ ਤਬਦੀਲੀ ਸੀ ਉਹ ਇਹ ਸੀ ਕਿ ਉਸ ਨੂੰ ਬੋਲਦੇ ਸਾਰ ਉਸ ਦਾ ਮਾਨਸਿਕ ਸ਼ੋਸ਼ਣ ਕਰ ਦਿਓ। ਯਾਨੀ ਜਿੱਥੇ ਉਹਨੇ ਖੇਡਾਂ ਵਿੱਚ ਨਾਮ ਕਮਾਇਆ, ਜਿੱਥੇ ਉਹਨੇ ਬਿਜ਼ਨਸ ਦੇ ਵਿੱਚ, ਜਿੱਥੇ ਉਹਨੇ ਪੜ੍ਹਾਈ ਵਾਲੇ ਪਾਸੇ ਜਾਂ ਕਿਸੇ ਵੀ ਪਾਸੇ ਵੇਖੋ, ਔਰਤ ਨੇ ਉਸ ਥਾਂ ਤੇ ਪਹੁੰਚ ਕੇ ਦਿਖਾ ਦਿੱਤਾ ਕਿ ਮੈਂ ਕਾਮਯਾਬ ਹਾਂ, ਮੈਂ ਕਰ ਸਕਦੀ ਹਾਂ। ਇਸ ਸਾਰੇ ਦੇ ਬਾਅਦ ਹੁਣ ਜਦੋਂ ਉਹਦਾ ਨਾਮ ਨਿਕਲਦਾ ਹੈ ਕਿ ਹਾਂ ਔਰਤ ਭਾਵੇਂ ਉਹ ਫਿਲਮਾਂ ਦੇ ਵਿੱਚ ਤੋਂ ਲੈ ਕੇ ਯਾਨੀ ਹਰ ਪਾਸੇ ਸਮਾਜ ਸੇਵਾ ਤੱਕ ਦਾ ਸਫ਼ਰ, ਭਾਵੇਂ ਉਹ ਪ੍ਰਧਾਨ ਮੰਤਰੀ ਰਹੀ ਹੋਵੇ ਜਾਂ ਪ੍ਰੈਜ਼ੀਡੈਂਟ ਰਹੀ ਹੋਵੇ, ਉਹਨੇ ਦੇਖਿਆ ਕਿ ਔਰਤ ਹੋ ਸਕਦੀ ਹੈ, ਤਾਂ ਹੌਲੀ ਹੌਲੀ ਤਬਦੀਲੀ ਕੀ ਕੀਤੀ ਗਈ ਕਿ ਉਹਨੂੰ ਰਬਰ ਸਟੈਂਪ ਬਣਾਉਣਾ ਸ਼ੁਰੂ ਕੀਤਾ ਕਿ ਔਰਤ ਹੈ, ਅਹੁਦਿਆਂ ਤੇ ਹੈ, ਪਰ ਇਹਦੇ ਕੋਲ ਹਕੂਕ ਕੋਈ ਨਹੀਂ। ਹੱਕ ਫਿਰ ਵੀ ਜਿਸ ਦੇ ਅਧੀਨ ਉਹਨੇ ਰਹਿਣਾ ਤਾਂ ਉਹਦਾ ਪਤੀ ਹੋਵੇ, ਬੇਟਾ ਹੋਵੇ ਜਾਂ ਉਹਦਾ ਪਿਓ ਹੋਵੇ, ਯਾਨੀ ਕੋਈ ਵੀ ਉਸ ਦੇ ਆਲੇ ਦੁਆਲੇ ਦਾ ਮਰਦ ਹੀ ਉਸ ਨੂੰ ਰਾਹ ਦੇਗਾ ਜਾਂ ਉਹਦੇ ਉੱਤੇ ਇੱਕ ਹੱਥ ਰੱਖੇਗਾ ਤਾਂ ਹੀ ਉਹ ਸੁਰੱਖਿਅਤ ਹੈ। ਸਾਡੇ ਇਸੇ ਲਈ ਜਿਹੜੇ ਸਾਡੇ ਮੁੱਦੇ ਨੇ ਇਹ ਬਣਦੇ ਨੇ ਕਿ ਸਰਪੰਚਣੀ ਤਾਂ ਨਾਂ ਦੀ ਹੈ, ਅਸਲ ਤੇ ਉਹਦਾ ਘਰ ਵਾਲਾ ਹੈ, ਨਗਰ ਕੌਂਸਲ ਤੇ MC ਤੇ ਨਾਂ ਦਾ ਤੇ ਉਹਦਾ ਅਸਲ ਜਿਹੜਾ ਸੰਚਾਲਕ ਹੈ। ਮੁੱਦਾ ਤਾਂ ਬਣਿਆ ਸੀ ਮੈਮ ਕਿ ਪਿੱਛੇ ਜੇ ਕਿ MCਆਂ ਦੇ ਘਰ ਵਾਲੇ ਜਿਹੜੇ ਮੀਟਿੰਗਾਂ ਅਟੈਂਡ ਕਰਦੇ ਸੀ। ਬਿਲਕੁਲ ਉਹ ਇਹੋ ਗੱਲ ਸੀ ਕਿ ਔਰਤ ਨੂੰ ਸਹੀ ਮਾਇਨਿਆਂ ਵਿੱਚ ਬਰਾਬਰੀ ਦਾ ਦਰਜਾ ਘਰੋਂ ਸ਼ੁਰੂ ਹੁੰਦਾ ਜੇ, ਸਮਾਜ ਬਾਅਦ ਵਿੱਚ ਆਉਂਦਾ ਜੇ। ਪਹਿਲਾਂ ਘਰ ਵਿੱਚ ਉਹ ਬਰਾਬਰੀ ਦਾ ਦਰਜਾ ਮਿਲੇ, ਪਰ ਉੱਥੇ ਜਿਹੜੀ ਮੇਲ ਈਗੋ ਉਹ ਇੰਨੀ ਕੁ ਬੂਸਟ ਅਪ ਹੋ ਜਾਂਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਮੈਂ ਪਿਛਾਂ ਰਹਿ ਗਿਆ ਤੇ ਇਹ ਅਗਾਂਹ ਵੱਧ ਗਈ ਤਾਂ ਮੈਨੂੰ ਕਿਸ ਨੇ ਪੁੱਛਣਾ। ਸੋ ਉਹ ਬਰਾਬਰੀ ਜਦੋਂ ਘਰ ਨਹੀਂ ਦਿਸੀ, ਕੁਝ ਔਰਤਾਂ ਜੋ ਹੁੰਦੀਆਂ ਹੀ ਦੱਬੂ ਨੇ ਤੇ ਕੁਝ ਸਮਾਜ ਦੇ ਡਰ ਖੁਣੋ ਕਿ ਅਸੀਂ ਇਹ ਘਰ ਵਸਦਾ ਰਹਿ ਲਵੇ ਤੇ ਚਲੋ ਮੈਂ ਪਿਛਾਂ ਹੋ ਜਾਂਦੀ ਹਾਂ, ਅਗਾਂਹ ਲੰਘ ਜਾਵੇ। ਸੋ ਇਸ ਤਰ੍ਹਾਂ ਦੀ ਐਡਜਸਟਮੈਂਟ, ਜਿਹਨੂੰ ਮੈਂ ਮੈਲ ਐਡਜਸਟਮੈਂਟ ਕਹਿੰਦੀ ਹਾਂ, ਵੀ ਉਹਦੇ ਵਿੱਚ ਜਾਂ ਤਾਂ ਫਿਰ ਬਗਾਵਤ ਸ਼ੁਰੂ ਹੁੰਦੀ ਜੇ ਕਿ ਔਰਤ ਸੋਚਦੀ ਹੈ ਕਿ ਮੈਂ ਯਾਨੀ ਬਸਤਰ ਲਾ ਦੇਵਾਂ, ਨੰਗੇਜ਼ ਰਾਹੀਂ ਆਵਾਂ, ਤੇ ਜਾਂ ਫਿਰ ਮੈਂ ਮਾਰ ਕੁਟਾਈ ਵੱਲ ਆ ਜਾਵਾਂ, ਝੂਠੇ ਕੇਸ ਪਾ ਦੇਵਾਂ, ਜਾਂ ਤਾਂ ਉਹ ਬਿਲਕੁਲ ਬਗਾਵਤ ਤੇ ਆ ਜਾਂਦੀ ਹੈ ਕਿ ਮੈਂ ਦੱਬਣਾ ਮਰਦ ਨੂੰ, ਤੇ ਨਹੀਂ ਫਿਰ ਉਹ ਬਰਾਬਰੀ ਦਾ ਜਦੋਂ ਕੋਸ਼ਿਸ਼ ਕਰ ਰਹੀ ਹੁੰਦੀ ਹੈ ਤਾਂ ਉਹ ਆਪ ਦੱਬੀ ਜਾਂਦੀ ਹੈ। ਸੋ ਦੋਨੋਂ ਪਾਸੇ ਹੀ ਇੱਕ ਤਰੀਕੇ ਮਾੜੇ ਨੇ ਕਿ ਜੇ ਖੁੱਲ੍ਹ ਮਿਲਦੀ ਹੈ ਤਾਂ ਉਹ ਗਲਤ ਇਸਤੇਮਾਲ ਕਰ ਦਿੰਦੀ ਹੈ, ਤਾਂ ਨਹੀਂ ਤਾਂ ਉਹ ਦਬਾ ਦਿੱਤੀ ਜਾਂਦੀ ਹੈ। ਹੁਣ ਇਹੋ ਕੁਝ ਇਸ ਤੇ ਜੇ ਆਪਾਂ ਇਹ ਪਿਛਲੀ ਸਾਰੀ ਮਾਨਸਿਕਤਾ ਸਮਝੀਏ ਤਾਂ ਹੁਣ ਕੀ ਹੋ ਰਿਹਾ ਜੇ ਲੇਟੈਸਟ ਕਿ ਉਹ ਥੋੜੀ ਗਿਣਤੀ ਜੋ ਮਾੜੇ ਲੋਕ ਨੇ ਉਹਨਾਂ ਲਈ ਚੰਗੇ ਲੋਕ ਆਪਣੀ ਚੁੱਪ ਨਹੀਂ ਤੋੜਦੇ, ਤਾਂ ਜਿਹੜੀ ਵੀ ਔਰਤ ਥੋੜੀ ਬਹੁਤ ਵੀ ਆਪਣਾ ਪੂਰੀ ਜ਼ਿੰਦਗੀ ਜ਼ੋਰ ਲਾ ਕੇ ਨਾਮ ਕਮਾਉਂਦੀ ਏ ਤਾਂ ਸਭ ਤੋਂ ਪਹਿਲਾ ਸ਼ਿਕਾਰ ਬਣਦੀ ਏ ਕਿ ਇਹਨਾਂ ਨੂੰ WhatsApp ਤੇ, ਫੇਸਬੁੱਕਾਂ ਤੇ, ਟਵਿੱਟਰ ਤੇ ਉਹਦਾ ਮਾਨਸਿਕ ਸ਼ੋਸ਼ਣ ਸ਼ੁਰੂ ਕਰੋ। ਯਾਨੀ ਉਹਨੂੰ ਕਿਸੇ ਹੀ ਤਰੀਕੇ ਅਹਿਸਾਸ ਦਿਵਾਓ ਕਿ ਤੂੰ ਕਮਜ਼ੋਰ ਹੈ, ਲਾਂਛਣ ਲਾ ਦਿਓ ਝੂਠ ਮੂਠ ਦਾ, ਯਾਨੀ ਉਹਦੀ ਇੱਜ਼ਤ ਤਾਰ ਕਰ ਦਿਓ। ਇਹ ਨਾਰਮਲ ਤੁਸੀਂ ਵੇਖਦੇ ਹੋਵੋਗੇ ਕਿ ਬਹੁਤ ਆਮ ਵਰਤਾਰਾ ਸਾਡੇ ਸਮਾਜ ਦਾ ਜੀ। ਯਾਨੀ ਔਰਤ ਨੂੰ ਮੈਂ ਇੱਕ ਮਿਸਾਲ ਦੇਣਾ ਚਾਹੁੰਦੀ ਹਾਂ ਕਿ ਮੈਨੂੰ ਹੀ ਜਿਵੇਂ ਕੋਈ ਹੈਲਥ ਦਾ ਪ੍ਰੋਗਰਾਮ ਹੋਇਆ ਜਾਂ ਕੋਈ ਜਾਂ ਕਿਸੇ ਦਾ ਫੋਨ ਆਇਆ ਤਾਂ ਮੈਂ ਮਾਨਸਿਕਤਾ ਦੀ ਗੱਲ ਕਰ ਰਹੀ ਹਾਂ ਕਿ ਕੋਈ 90 ਵਰ੍ਹਿਆਂ ਦਾ ਜੇ ਬਜ਼ੁਰਗ ਵੀ ਗੱਲ ਕਰ ਰਿਹਾ ਹੈ, ਯਾਨੀ ਮੇਰੇ ਤੋਂ 40 ਸਾਲ ਵੱਡਾ ਹੁੰਦਾ ਵੀ, ਤਾਂ ਉਹ ਕਹਿਣਗੇ ਮੈਂ ਵੱਡੀ ਭੈਣ ਜੀ, ਤਾਂ ਮੈਂ ਉਹਨਾਂ ਨੂੰ ਕਹੂੰਗੀ ਖਿਮਾ ਕਰਿਓ 40 ਸਾਲ ਛੋਟੀ ਹਾਂ, ਤੁਹਾਡੇ ਤੋਂ ਵੱਡੀ ਭੈਣ ਨਹੀਂ ਬਣੀ। ਪਰ ਫਿਰ ਵੀ ਧੀ ਦਾ ਸ਼ਬਦ ਬੋਲਦਿਆਂ ਜ਼ਬਾਨ ਕੰਬਦੀ ਹੈ। 10 ਵਾਰ ਵੀ ਕਵਾਂਗੀ ਜੀ ਧੀ ਬੁਲਾ ਕੇ ਤਾਂ ਵੇਖੋ, ਨਹੀਂ ਭੈਣ ਹੀ ਠੀਕ ਹੈ। ਯਾਨੀ ਇਹ ਮਾਨਸਿਕਤਾ, ਮੈਂ ਇਹ ਨਹੀਂ ਕਹਿ ਰਹੀ ਕਿ ਉਹਨਾਂ ਦੇ ਇਕੱਲਿਆਂ 'ਚ ਖੋਟ ਹੈ ਜਾਂ ਕੁਛ, ਪਰ ਸਾਡੀ ਮਾਨਸਿਕਤਾ ਅਜਿਹੀ ਬਣ ਗਈ ਹੈ, ਅਸੀਂ ਔਰਤ ਵਿੱਚ ਧੀ ਨਹੀਂ ਦੇਖਦੇ। ਧੀ ਦੇਖਦੇ ਸਾਰ ਸਾਡਾ ਅੰਦਰਲਾ ਜਾਨਵਰ ਸ਼ਾਂਤ ਹੋ ਜਾਂਦਾ, ਜਿਹਨੂੰ ਅਸੀਂ ਕਰ ਨਹੀਂ ਰਹੇ। ਸੋ ਸਾਨੂੰ ਇੱਕ ਔਰਤ ਅਜੇ ਵੀ ਜਿਸਮ ਹੀ ਦਿਖਦੀ ਹੈ, ਯਾਨੀ ਉਹਦੇ ਵਿੱਚ ਜਿਹੜੀ ਇੱਜ਼ਤ ਮਨਾਂ ਵਿੱਚ ਮਾਂ ਵਜੋਂ ਹੋਣੀ ਚਾਹੀਦੀ ਸੀ ਉਹ ਨਦਾਰਤ ਹੈ। ਇਹੀ ਕਾਰਨ ਹੈ ਕਿ ਗੁਆਂਢ ਦੀ ਧੀ ਸਾਨੂੰ ਸੌਖੀ ਸ਼ਿਕਾਰ ਲੱਗਦੀ ਹੈ। ਇਹ ਤੁਸੀਂ ਦਿਨੋਂ ਦਿਨ ਵਰਤਾਰਾ ਜੋ ਵੱਧਦਾ ਜਾਂਦਾ ਹੈ, ਉਹ ਇਹੀ ਕਾਰਨ ਹੈ ਕਿ ਨਾਬਾਲਗ ਬੱਚੀਆਂ ਸ਼ਿਕਾਰ ਹੋ ਰਹੀਆਂ ਨੇ, ਕਿਉਂਕਿ ਉਹਨਾਂ ਵਿੱਚ ਅਸੀਂ ਧੀ ਨਹੀਂ ਦੇਖ ਰਹੇ। ਪਰ ਹੁਣ ਤੇ ਮੈਮ ਤੁਸੀਂ ਧੀ ਦੀ ਗੱਲ ਕਰਦੇ ਹੋ, ਸਕੇ ਪਿਓ ਨਹੀਂ ਬਖਸ਼ ਰਹੇ ਆਪਣੇ ਖੂਨ ਨੂੰ। ਇਹੀ ਕਾਰਨ ਕਿ ਉਹ ਸ਼ਬਦ ਧੀ ਆਉਂਦੇ ਸਾਰ ਤੁਸੀਂ ਵੇਖੋਗੇ ਕਿਸੇ ਵੀ ਪਿਓ ਦੇ ਗੋਦ ਵਿੱਚ ਕਿਲਕਾਰੀ ਮਾਰਦੀ ਧੀ ਜਦੋਂ ਹੋਵੇ, ਜਿਹਨੂੰ ਅਸਲ ਮਾਇਨਿਆਂ ਵਿੱਚ ਉਹ ਧੀ ਮੰਨਦਾ ਹੋਏ,
ਤਾਂ ਪਿਓ ਦਾ ਮੋਹ ਇੰਨਾ ਕੁ ਜ਼ਿਆਦਾ ਹੁੰਦਾ ਕਿ ਕੋਈ ਹੋਰ ਉਂਗਲ ਵੀ ਚੱਕੇ ਤੇ ਉਹਦੀ ਉਂਗਲ ਵੱਢਣ ਤੱਕ ਜਾਂਦਾ। ਪਰ ਕਿਉਂਕਿ ਅਸੀਂ ਉਹ ਧੀ ਵਾਲੀ ਜਿਹੜੀ ਸੋਚ ਮਨ ਵਿੱਚ ਉਪਜਣੀ ਹੈ, ਜਿੱਥੇ ਪਿਓ ਨੇ ਇੱਕ ਪ੍ਰੋਟੈਕਟਿਵ ਰੋਲ ਅਦਾ ਕਰਨਾ ਹੁੰਦਾ, ਉਹ ਸਾਡੀ ਸੋਚ ਚੋਂ ਮਨਫੀ ਹੁੰਦੀ ਜਾਂਦੀ ਜੀ। ਇਹਦਾ ਕਾਰਨ ਕੀ ਹੈ? ਸਾਡੀ ਸੋਚ ਇੰਨੀ ਔਰਤ ਪ੍ਰਤੀ ਕਿਉਂ ਡਿੱਗ ਗਈ ਹੈ? ਜੀ, ਕਾਰਨ ਇਹ ਕਿ ਅਸੀਂ ਛੋਟੇ ਬੱਚਿਆਂ ਨੂੰ ਵਿਖਾਉਂਦੇ ਆ ਜਿਹੜਾ ਗੀਤ ਸੰਗੀਤ ਜਾਂ ਇੰਟਰਨੈਟ ਤੇ ਜੋ ਗੰਦਗੀ ਪਰੋਸਦੇ ਆ, ਉਹ ਮਾਨਸਿਕ ਰੋਗੀ ਹੋ ਕੇ ਵੱਡੇ ਹੁੰਦੇ ਨੇ, ਜਿੱਥੇ ਬਣਦਾ ਦਿਮਾਗ ਸਦੀਵੀ ਵੇਖਦਾ ਕਿ ਮੇਰੇ ਘਰ ਦੇ ਵਿੱਚ ਮੇਰੇ ਪਿਓ ਨੇ ਮੇਰੀ ਮਾਂ ਨੂੰ ਕੁੱਟਿਆ ਤੇ ਉਹ ਫਿਰ ਵੀ ਸਹਿ ਰਹੀ। ਇਹਦਾ ਮਤਲਬ ਹੈ ਇਹ ਨਾਰਮਲ ਵਰਤਾਰਾ ਹੈ ਕਿ ਮੈਂ ਵੀ ਆਪਣੀ ਪਤਨੀ ਨੂੰ ਕੁੱਟਣਾ ਤੇ ਉਹਨੇ ਸਹਿਣਾ। ਦੂਸਰੀ ਚੀਜ਼ ਉਹਨੇ ਵੇਖਣੀ ਹੈ ਕਿ ਮੈਂ ਜੋ ਲੱਚਰ ਗੀਤ ਸੰਗੀਤ ਸੁਣ ਰਿਹਾ, ਉਸ 'ਚ ਔਰਤ ਦਾ ਨੰਗੇਜ਼ ਵੀ ਉਹ ਦੇਖ ਰਿਹਾ ਤੇ ਉਸ ਵਿੱਚ ਔਰਤ ਦੇ ਜਿਸਮ ਦੀ ਨੁਮਾਇਸ਼ ਵੀ ਵੇਖਦਾ, ਤੇ ਜਿਸ ਤਰੀਕੇ ਦੇ ਗੀਤ ਸੰਗੀਤ ਰਾਹੀਂ ਉਹਨੂੰ ਇੱਕ ਨੀਵੀਂ ਪੱਧਰ ਤੇ ਉਹਨੂੰ ਦਿਖਾਇਆ ਜਾਂਦਾ ਹੈ, ਇਹ ਉਹਦੀ ਮਾਨਸਿਕਤਾ ਤਿਆਰ ਹੁੰਦੀ ਜੇ ਕਿ ਜਿਵੇਂ ਜਿਵੇਂ ਉਹਨੇ ਵੱਡੇ ਹੋਣਾ ਉਹਨੇ ਉਸ ਨੂੰ ਅਧੀਨ ਹੀ ਮੰਨਣਾ। ਹੁਣ ਜਦੋਂ ਹੋਰ ਚੁਫੇਰੇ ਦੇਖੇਗਾ ਜਾਂ ਇੰਟਰਨੈਟ ਤੁਸੀਂ ਦੇਖੋਗੇ, ਜਿੱਥੇ ਕੋਈ ਬੇਰੋਕ ਟੋਕ ਗੰਦਗੀ ਇੰਨੀ ਪਰੋਸੀ ਜਾਂਦੀ ਹੈ ਕਿ ਉਹ ਬੱਚਾ ਜਿਸਨੇ ਸਦਾਚਾਰਕ ਸਿੱਖਿਆ ਨਾਲ, ਜਾਂ ਤੁਸੀਂ ਆਪਣੇ ਸਮੇਂ ਨੂੰ ਪੁਰਾਣੋਂ ਦੇਖੋ ਤਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਬਹੁਤ ਵੱਡੀ ਗਿਣਤੀ ਲੋਕ ਸੁਹਿਰਦ ਸੋਚ ਨਾਲ ਪੈਦਾ ਹੁੰਦੇ ਸੀ, ਕਿਉਂਕਿ ਦਿਮਾਗ ਸੋਚਣ ਸਮਝਣ ਯੋਗ ਹੁੰਦਾ ਜਦੋਂ ਤੱਕ ਇਹ ਚੀਜ਼ਾਂ ਆਉਂਦੀਆਂ ਨੇ। ਹੁਣ ਅਸੀਂ ਜੇ ਇੱਕ 3 ਸਾਲ ਦੇ ਬੱਚੇ ਨੂੰ ਕਾਮੁਕ ਫਿਲਮਾਂ ਦਿਖਾ ਰਹੇ ਹਾਂ ਤਾਂ ਸੰਭਵ ਇਸ ਚੀਜ਼ ਤੋਂ ਮੇਰਾ ਖਿਆਲ ਇਨਕਾਰ ਨਹੀਂ ਅਸੀਂ ਕਰ ਸਕਦੇ, ਜੋ ਅਸੀਂ ਸਕੂਲਾਂ 'ਚ ਦੇਖ ਰਹੇ ਹਾਂ ਕਿ 6ਵੀਂ ਜਮਾਤ ਦਾ ਬੱਚਾ ਉਹ ਯਾਨੀ ਜਬਰੀ ਉਸ ਆਪਣੇ ਆਪ ਨੂੰ ਠੋਸ ਰਿਹਾ 3ਜੀ ਜਮਾਤ ਦੀ ਬੱਚੀ ਉੱਤੇ, ਜਾਂ 7ਵੀਂ ਜਮਾਤ ਦਾ ਬੱਚਾ ਰੇਪ ਕਰਦਾ ਫੜਿਆ ਗਿਆ ਜਾਂ ਅਟੈਂਪਟ ਟੂ ਰੇਪ ਕਰਦਾ ਫੜਿਆ ਗਿਆ, ਤਾਂ ਉਹ ਦਿਖ ਰਿਹਾ ਹੈ ਕਿ ਅਸੀਂ ਉਹਦੀ ਮਾਨਸਿਕਤਾ 'ਚ ਵਿਗਾੜ ਪਾ ਦਿੱਤਾ ਹੈ, ਜਿਸ ਨੂੰ ਆਪਣੀ ਇੱਕ ਦੋਸਤ ਨਹੀਂ ਦਿਸਦੀ, ਯਾਨੀ ਆਪਣੀ ਉਮਰ ਦੀ ਉਹ ਬੱਚੀ ਨਹੀਂ ਦਿਸਦੀ, ਉਹਨੂੰ ਹਾਨਣ ਨਹੀਂ ਦਿਸਦੀ, ਉਹਨੂੰ ਸਿਰਫ ਇੱਕ ਜਿਸਮ ਦਿਸਦਾ। ਇਹ ਸੋਚ ਜਦੋਂ ਅਸੀਂ ਵੱਡੀ ਲੈ ਕੇ ਇਹ ਬੱਚੇ ਪੈਦਾ ਹੋਣਗੇ ਤਾਂ ਜਿੰਨੇ ਵੀ ਹੁਣ ਤੱਕ ਦੇ ਰੇਪਿਸਟਸ ਵੀ ਅਸੀਂ ਦੇਖੇ ਨੇ, ਉਹਨਾਂ ਦੀ ਜਿੰਨਿਆਂ ਦੀ ਵੀ ਯਾਨੀ ਸਾਈਕੋਲੋਜਿਸਟ ਨੇ ਸਟੱਡੀ ਕੀਤੀ ਹੈ, ਸਾਰਿਆਂ ਦੇ ਮਨਾਂ ਵਿੱਚ ਇਹੋ ਨਿਕਲਿਆ ਕਿ ਜਾਂ ਤਾਂ ਬਚਪਨ ਵਿੱਚ ਉਹਨਾਂ ਨਾਲ ਆਪ ਬਦਫੈਲੀ ਹੋਈ ਸੀ, ਉਹ ਬੰਦੇ ਸਨ, ਜਾਂ ਜਿਨ੍ਹਾਂ ਨੇ ਛੋਟੇ ਹੋਣ ਤੋਂ ਦੇਖਿਆ ਕਿ ਉਹਨਾਂ ਦੇ ਪਿਓ ਜਾਂ ਰਿਸ਼ਤੇਦਾਰੀ 'ਚ ਜਾਂ ਇਸ ਤਰ੍ਹਾਂ ਦੇ ਯਾਨੀ ਫਿਲਮਾਂ 'ਚੋਂ ਜਾਂ ਜਿਵੇਂ ਉਹਨਾਂ ਨੇ ਦੇਖਿਆ ਰੇਪਸ ਹੁੰਦੇ, ਤਾਂ ਉਹ ਪਰਵਰਟਡ ਸੋਚ ਨਾਲ ਹੋਏ ਤੇ ਉਹਨਾਂ ਨੇ ਇੱਥੋਂ ਤੱਕ ਟੀਚੇ ਮਿੱਥ ਲਏ ਕਿ ਅਸੀਂ ਯਾਨੀ ਸੀਰੀਜ਼ ਆਫ ਰੇਪਸ ਕਰਾਂਗੇ ਨਾਬਾਲਗ ਬੱਚੀਆਂ ਦੇ, ਕਿਉਂਕਿ ਉਹ ਅੱਗੋਂ ਜ਼ੋਰ ਨਹੀਂ ਪਾ ਸਕਣਗੀਆਂ, ਰੌਲਾ ਨਹੀਂ ਪਾ ਸਕਣਗੀਆਂ, ਤਾਂ ਉਹ ਯਾਨੀ ਗਿਣਤੀ ਮਿੱਥ ਰਹੇ ਸੀ ਜੀ ਅਸੀਂ 100 ਤੱਕ ਦੀ ਗਿਣਤੀ ਕਰਨੀ ਹੈ। ਇਹ ਸੋਚ ਸੀ ਜਿਹੜੇ ਰੇਪਿਸਟ ਫੜੇ ਗਏ ਸਨ। ਪਰ ਜਿਹੜਾ ਕੁਝ ਕੁ ਲੋਕ ਤੇ ਨੰਗੇਜ਼ਪਣੇ ਨੂੰ ਵੀ ਕਿ ਔਰਤਾਂ ਨੰਗੇਜ਼ਪਣੇ ਤੇ ਉਤਰ ਆਈਆਂ ਨੇ ਤੇ ਉਹ ਆਪਣੇ ਕਿਰਦਾਰ ਦੇ ਲਈ, ਆਪਣੇ ਸ਼ੋਸ਼ਣ ਦੇ ਲਈ ਵੀ, ਕੁਝ ਕੁ ਲੋਕ ਨੇ, ਸਾਰੇ ਨਹੀਂ, ਉਹ ਇਹ ਵੀ ਇਲਜ਼ਾਮ ਲਾਉਂਦੇ ਨੇ ਕਿ ਆਪਣੇ ਕਿਰਦਾਰ ਕੁਸ਼ੀ ਲਈ ਔਰਤ ਵੀ ਖੁਦ ਜ਼ਿੰਮੇਵਾਰ ਹੈ। ਦੇਖੋ, ਜਿਹੜੀਆਂ ਜੇ ਤੁਸੀਂ ਕਦੇ ਧਿਆਨ ਕੀਤਾ ਹੋਵੇ ਵਰਿੰਦਾਵਨ ਵਿੱਚ, ਤਾਂ ਉਹਨਾਂ ਔਰਤਾਂ ਨੂੰ 4 ਰੁਪਈਏ ਰੋਜ਼ ਦੇ ਦਿੱਤੇ ਜਾਂਦੇ ਸਨ, ਜਿਹੜੀਆਂ ਵਿਧਵਾ ਔਰਤਾਂ ਵਰਿੰਦਾਵਨ ਦੇ ਆਸ਼ਰਮ ਵਿੱਚ ਰਹਿੰਦੀਆਂ ਨੇ, ਜਿਨ੍ਹਾਂ ਦੇ ਕਿ ਸਾਡੀ ਮੁੱਖ ਪੰਨੇ ਤੇ ਅਖਬਾਰਾਂ ਵਿੱਚ ਖਬਰਾਂ ਵੀ ਛਪੀਆਂ ਕਿ 4 ਰੁਪਈਏ ਨਾਲ ਤੁਸੀਂ 3 ਵੇਲੇ ਦੀ ਰੋਟੀ, ਕੱਪੜੇ ਤੇ ਦਵਾਈ ਬੂਟੀ ਲਈ ਤੁਸੀਂ ਸੋਚ ਲਓ ਕੀ ਕੁਝ ਖਰਚਾ ਕਰ ਸਕਦੇ ਹੋ, ਤੇ ਕਿਸ ਤਰੀਕੇ ਜਬਰੀ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ ਜਿਸਮ ਵੇਚੋ ਤਾਂ ਹੀ ਆਪਣਾ ਗੁਜ਼ਾਰਾ ਕਰ ਸਕੋਗੀਆਂ। ਬਿਲਕੁਲ ਇਸੇ ਤਰ੍ਹਾਂ ਸਾਡੇ ਕੋਲ ਇਸ ਵੇਲੇ ਕਈ ਨੇ ਜਿਹੜੇ ਵੂਮਨ ਸੈਂਟਰ ਨੇ, ਜਿਹੜੇ ਡਰੱਗਸ ਛਡਾਉਣ ਵਾਸਤੇ ਜਿਹੜੇ ਬਣੇ ਨੇ, ਨਸ਼ਾ ਛਡਾਊ ਕੇਂਦਰ ਬੱਚੀਆਂ ਲਈ, ਉਹ ਸਾਡੀ ਤਸਵੀਰ ਸਾਹਮਣੇ ਲਿਆਉਂਦੇ ਨੇ ਜਿੱਥੇ ਉਹਨਾਂ ਨੂੰ ਅਪਣਾਉਂਦਾ ਕੋਈ ਨਹੀਂ ਤੇ ਮਜਬੂਰ ਕੀਤਾ ਜਾਂਦਾ ਹੈ ਕਿ ਨਾ ਤਾਂ ਘਰੋਂ ਤੁਹਾਨੂੰ ਪੈਸੇ ਦੇਣੇ ਨੇ, ਘਰ ਵਾਲਿਆਂ ਨੇ ਬਾਹਰ ਕੱਢ ਦਿੱਤਾ, ਤੇ ਉਹਨਾਂ ਨੂੰ ਜਾਂ ਤਾਂ ਮਜਬੂਰੀ ਆਪ ਉਸ ਧੰਦੇ 'ਚ ਪੈਣਾ ਪੈਂਦਾ ਵੀ ਮੈਂ ਹੁਣ ਨਸ਼ਾ ਆਪ ਵੇਚਦੀ ਹਾਂ ਤਾਂ ਮੇਰੀ ਉਹ ਖੁਰਾਕ ਪੂਰੀ ਕਰ ਦਿਓ, ਤੇ ਜਾਂ ਫਿਰ ਮਜਬੂਰੀ ਬਸ ਉਹਨਾਂ ਨੂੰ ਜਿਸਮ ਫਰੋਸ਼ੀ ਦੇ ਧੰਦੇ ਵੱਲ ਜਾਣਾ ਪੈਂਦਾ। ਇਹ ਬੱਚੀਆਂ ਨੂੰ ਮਜਬੂਰ ਕਰਕੇ ਬਹੁਤ ਸਾਰੀਆਂ ਨੇ, ਜੇ ਤੁਸੀਂ ਯਾਨੀ ਇੱਕ ਵੱਖਰਾ ਪ੍ਰੋਗਰਾਮ ਮੰਗਦਾ ਹੈ, ਜੇ ਤੁਸੀਂ ਜਿਹੜੀਆਂ ਬਾਹਰ ਡਾਂਸਰਸ ਜਾਂ ਜਿਹੜੀਆਂ ਸ਼ਰਾਬ ਇੱਥੇ ਦਿੰਦੀਆਂ ਨੇ ਵਿਆਹਾਂ ਦੇ ਵਿੱਚ, ਜੇ ਤੁਸੀਂ ਉਹਨਾਂ ਦੇ ਅੰਦਰ ਝਾਤ ਮਾਰੋ ਉਹਨਾਂ ਦੇ ਘਰਾਂ ਦੇ ਵਿੱਚ, ਤਾਂ ਦਿਲ ਕੰਬ ਜਾਂਦਾ ਜੇ ਕਿ ਕਿਸ ਤਰ੍ਹਾਂ ਦੀ ਗਰੀਬੀ ਵਿੱਚੋਂ ਉਹ ਨਿਕਲੀਆਂ
ਕਿਸ ਤਰੀਕੇ ਸਮਾਜ ਉਹਨਾਂ ਦਾ ਸ਼ੋਸ਼ਣ ਕਰ ਰਿਹਾ ਹੈ। ਵਰਨਾ ਕਿਸ ਬੱਚੀ ਨੂੰ ਜੋ 18 ਜਾਂ 20 ਸਾਲ ਦੀ ਹੈ ਉਹਨੂੰ ਇਹਦੇ 'ਚ ਮਜ਼ਾ ਆਏਗਾ ਕਿ ਮੇਰੇ ਤੋਂ ਅੱਧੇ ਯਾਨੀ ਵਸਤਰ ਪਵਾ ਕੇ ਤੇ ਮੇਰੀ ਦਾਦੇ ਦੀ ਉਮਰ ਦਾ ਬੰਦਾ ਮੈਨੂੰ ਉੱਥੇ ਚੁੰਮਦਾ ਹੈ ਜਾਂ ਮੇਰੇ ਘੜੀਸਦਾ ਹੈ ਜਾਂ ਮੈਨੂੰ ਲਿਪਟਦਾ ਹੈ। ਕੌਣ ਬੱਚੀ ਇਹ ਪਸੰਦ ਕਰ ਸਕਦੀ ਹੈ? ਪਰ ਮਜਬੂਰੀ ਇਹ ਜਿਹੜੀ ਬਹੁਤ ਕੁਛ ਇਹਨਾਂ ਤੋਂ ਕਰਵਾ ਜਾਂਦੀ ਹੈ ਤੇ ਇਹ ਸਮਾਜ ਉਹਦਾ ਵੀ ਮਜ਼ਾਕ ਉਡਾਉਂਦਾ ਹੈ, ਬਜਾਏ ਇਹਦੇ ਕਿ ਉਹਨਾਂ ਨਾਲ ਕੋਈ ਯਾਨੀ ਸਹਾਨੁਭੂਤੀ ਹੋਏ, ਉਹਨਾਂ ਦੇ ਵੱਲ ਕੋਈ ਅੱਗੇ ਤਿਆਰ ਹੋਵੇ ਮਦਦ ਨੂੰ, ਸਗੋਂ ਉਹਨਾਂ ਦਾ ਹੀ ਮਜ਼ਾਕ ਬਣਾ ਕੇ ਕਿ ਇਹਨਾਂ ਨੇ ਬਸਤਰ ਲਾਏ ਤਾਂ ਲਵਾਉਣ ਵਾਲਾ ਕੌਣ ਸੀ। ਸੋਚ ਬਦਲ ਸਕਦੀ ਹੈ ਜੀ? ਬਿਲਕੁਲ ਬਦਲ ਸਕਦੀ ਹੈ। ਦੇਖੋ, ਪੋਜ਼ਿਟਿਵਿਟੀ ਤਾਂ ਹਮੇਸ਼ਾ ਹੀ ਹਰ ਚੀਜ਼ 'ਚ ਹੋਣੀ ਚਾਹੀਦੀ ਹੈ। ਇਹ ਸੋਚ ਬਦਲਾਣੀ ਬਹੁਤ ਸੌਖੀ ਹੈ, ਪਰ ਗੱਲ ਫਿਰ ਉਹੀ ਹੈ ਕਿ ਸ਼ੁਰੂ ਤਾਂ ਘਰ ਤੋਂ ਹੀ ਕਰਨਾ ਪੈਣਾ। ਪਹਿਲਾਂ ਤਾਂ ਆਪਾਂ ਆਪਣੀ ਚੁੱਪੀ ਤੋੜੀਏ ਕਿ ਘਰ ਦੇ ਵਿੱਚ ਬੇਟੀ ਤੇ ਬੇਟਾ ਸਹੀ ਮਾਇਨਿਆਂ ਵਿੱਚ ਬਰਾਬਰ ਰਹਿਣ। ਫਿਰ ਅੱਗੋਂ ਜਦੋਂ ਰੋਕ ਲਾਣੀ ਹੈ ਨਾ, ਤਾਂ ਭਾਵੇਂ ਮੇਰੀ ਇਹ ਬਗਾਵਤੀ ਸੁਰ ਹੈ, ਪਰ ਮੈਂ ਤਾਂ ਕਹਿ ਹੀ ਰਹੀ ਹਾਂ, ਅਜ਼ਮਾ ਕੇ ਵੇਖ ਲਓ, ਨਹੀਂ ਤਾਂ ਕਹਿ ਦੇਣਾ ਨਹੀਂ ਸੰਭਵ ਸੀ। ਰੋਕ ਮੇਰਾ ਖਿਆਲ ਹੈ ਕੁਝ ਸਮੇਂ ਲਈ ਬੇਟੀਆਂ ਤੇ ਲਾਣੀ ਛੱਡ ਕੇ ਬੇਟਿਆਂ ਤੇ ਲਾਈਏ ਕਿ ਕਾਕਾ ਜੀ ਰਾਤ ਜੇ ਬਾਹਰ ਨਿਕਲਦੇ ਹੋ ਤਾਂ ਬਲਾਤਕਾਰ ਹੋ ਰਹੇ ਨੇ। ਦੇਖੀਏ ਤੁਸੀਂ ਜੇ 6 ਵਜੇ ਘਰ ਬਹਿ ਜਾਂਦੇ ਹੋ ਤੇ ਬੇਟੀਆਂ ਨੂੰ ਕੱਢਦੇ ਆ, ਦੇਖਦੇ ਆ ਕੋਈ ਬਲਾਤਕਾਰ ਕਰਨ ਵਾਲਾ ਬਾਹਰ ਹੈ। ਜੇ ਨਹੀਂ ਹੈ ਤਾਂ ਫਿਰ ਰੋਕ ਕਿਸ ਤੇ ਲੱਗਣ ਦੀ ਲੋੜ ਹੈ। ਸੋ ਤੀਸਰੀ ਚੀਜ਼ ਕਿ ਅਸੀਂ ਵਾਪਸ ਉਹੀ ਸਦਾਚਾਰਕ ਸਿੱਖਿਆ ਕਿ ਭਾਈ ਸਵੇਰੇ ਉੱਠ ਕੇ ਮਾਂ ਪਿਓ ਦੇ ਪੈਰੀਂ ਹੱਥ ਲਾਣੇ ਨੇ ਤਾਂ ਕੋਈ ਜਹਾਜ਼ ਉੱਤੇ ਪਹਾੜ ਨਹੀਂ ਡਿੱਗਦਾ, ਕੋਈ ਗੱਲ ਨਹੀਂ। ਤੇ ਜੇ ਇਹ ਨਹੀਂ ਸਿਖਾਵਾਂਗੇ ਤਾਂ ਫਿਰ ਇਹ ਬਿਰਧ ਆਸ਼ਰਮ ਜਿਹੜੇ ਬਣ ਰਹੇ ਨੇ ਉਹ ਇਹੀ ਕਾਰਨ ਹੈ ਕਿ ਅਸੀਂ ਬੱਚਿਆਂ ਨੂੰ ਖੁੱਲ੍ਹ ਦੇ ਚੁੱਕੇ ਹਾਂ ਕਿ ਤੁਸੀਂ ਆਹ ਮੋਬਾਈਲ ਫੋਨ ਫੜੋ, ਪਿਓ ਦੇ ਪੈਸੇ ਤੇ ਐਸ਼ ਕਰੋ ਤੇ ਜਾਓ ਮੌਜਾਂ ਕਰੋ। ਉਹਦੇ ਵਿੱਚ ਉਹਨੂੰ ਪਤਾ ਨਹੀਂ ਕਿ ਮੈਂ ਜੋ ਵੀ ਕੁਝ ਬਣ ਰਿਹਾ ਉਹਦੇ ਲਈ ਪਿਓ ਜਾਂ ਮਾਂ ਦੀ ਕਿੰਨੀ ਮਿਹਨਤ ਸੀ, ਉਹਨੂੰ ਉਹ ਦਿਸਦਾ ਹੀ ਨਹੀਂ ਪਿਆ ਕਿਉਂਕਿ ਅਸੀਂ ਉਸ ਪਾਸੇ ਉਹਦੀ ਸੋਚ ਹੀ ਨਹੀਂ ਰਹਿਣ ਦਿੱਤੀ। ਜਦ ਤੱਕ ਉਸ ਬੱਚੇ ਨੂੰ ਉਹ ਅਹਿਸਾਨਮੰਦ ਨਹੀਂ ਹੋਏਗਾ ਕਿ ਮੈਨੂੰ ਬਣਾਉਣ ਵਿੱਚ ਮੇਰੇ ਮਾਂ ਤੇ ਪਿਓ ਦਾ ਜ਼ੋਰ ਲੱਗਿਆ ਸੀ, ਉਹ ਤਾਂ ਹੀ ਹੋਏਗਾ ਜੇ ਉਹਨੂੰ ਇੱਕ ਵਾਰ ਸਮਝ ਆਏਗੀ ਕਿ ਮੈਂ ਸਵੇਰੇ ਉੱਠ ਕੇ ਇਹਦੇ ਪੈਰਾਂ ਨੂੰ ਹੱਥ ਲਾਇਆ ਤਾਂ ਉਹ ਕਦੇ ਵੀ ਪਿਓ ਦੇ ਅੱਗੇ ਜਵਾਬ ਨਹੀਂ ਦੇਵੇਗਾ ਕਿਉਂਕਿ ਉਹਨੂੰ ਪਤਾ ਹੋਏਗਾ ਕਿ ਮੈਂ ਅਜੇ ਸਵੇਰੇ ਇਹਦੀ ਇੱਜ਼ਤ ਕਰਕੇ ਹਟਿਆ ਤੇ ਜੇ ਇਹਨੇ ਮੈਨੂੰ ਝਿੜਕ ਵੀ ਦਿੱਤਾ ਤਾਂ ਮੈਂ ਖੁਦਕੁਸ਼ੀ ਨਹੀਂ ਕਰਨੀ ਤੇ ਇਹਦਾ ਹੱਕ ਬਣਦਾ, ਮੈਨੂੰ ਬਹੁਤ ਕੁਝ ਦਿੱਤਾ ਸੀ, ਪਿਆਰ ਬਹੁਤ ਕੀਤਾ, ਇੱਕ ਵਾਰ ਝਿੜਕ ਵੀ ਦਿੱਤਾ ਤਾਂ ਕੋਈ ਗੱਲ ਨਹੀਂ। ਯਾਨੀ ਉਹ ਸਹਿਨ ਸ਼ਕਤੀ ਬੱਚਿਆਂ ਦੀ ਸਿਰਫ ਤਾਂ ਖਤਮ ਹੋ ਗਈ ਕਿ ਬੱਚਿਆਂ ਨੂੰ ਅਸੀਂ ਹੱਲਾਸ਼ੇਰੀ ਕਿਵੇਂ ਦਿੰਦੇ ਹਾਂ। ਕਾਕਾ ਜੀ ਉਹ ਅੱਗੇ ਲੰਘਿਆ, ਤੂੰ ਦੇਖ ਤੇਰਾ ਪਿਓ ਕਰ ਕੀ ਸਕਦਾ, ਤੂੰ ਚੱਲ ਅੱਗੇ, ਮੈਂ ਦੇਖਦਾ ਕਿਵੇਂ ਰਹਿੰਦਾ। ਇਹ ਤਰੀਕਾ ਬਣਾ ਦਿੱਤਾ ਬੱਚੇ ਨੂੰ ਕਿ ਉਹਨੇ ਦੂਸਰੇ ਨੂੰ ਮਿੱਧ ਕੇ ਵਧਣਾ। ਮੇਰੇ ਤੋਂ ਅੱਗੇ ਕਾਰ ਚ ਲੰਘ ਗਿਆ, ਮੈਂ ਗੋਲੀ ਮਾਰ ਦਿਆਂਗਾ। ਯਾਨੀ ਅਸੀਂ ਸਿਰਫ ਜਿੱਤ ਤੇ ਹਰ ਹਾਲ 'ਚ ਅੱਗੇ ਲੰਘਣਾ ਸਿਖਾ ਦਿੱਤਾ। ਨਤੀਜਾ ਇਹ ਹੈ ਕਿ ਹਾਰ ਉਹ ਜਰਦੇ ਹੀ ਨਹੀਂ, ਜਾਂ ਦੂਜੇ ਨੂੰ ਮਾਰਨਗੇ ਜਾਂ ਆਪ ਮਰ ਜਾਂਦੇ ਨੇ। ਬਿਲਕੁਲ ਇਹੀ ਚੀਜ਼ ਵਿਆਹਤਾ ਜਿਹੜੇ ਜ਼ਿੰਦਗੀ ਵਿੱਚ ਅਸੀਂ ਵਾੜ ਦਿੱਤੀ ਕਿ ਤੂੰ ਅੱਗੇ ਹੀ ਲੰਘਣਾ। ਯਾਨੀ ਇੱਕ ਦੋਸਤੀ ਦਾ ਰਿਸ਼ਤਾ, ਇੱਕ ਪਿਆਰ ਦਾ ਰਿਸ਼ਤਾ ਤਾਂ ਖਤਮ ਹੀ ਹੋ ਗਿਆ ਕਿ ਉਹ ਮੇਰੀ ਪਤਨੀ ਨੂੰ ਇੱਕ ਜੌਬ ਅੱਗੇ ਲੰਘ ਗਈ, ਉਹ ਅੱਗੇ ਕਿਵੇਂ ਲੰਘ ਗਈ, ਉਹਦੀ ਮੇਰੇ ਤੋਂ ਆਮਦਨ ਵੱਧ ਕਿਵੇਂ ਹੋ ਗਈ, ਭਾਈ ਉਹ ਅੱਜ ਕਿਵੇਂ ਇਸ ਥਾਂ ਤੇ ਲੱਗ ਕੇ MC ਲੱਗ ਸਕਦੀ ਹੈ, ਉਹ ਅੱਗੇ ਕਿਉਂ ਲੰਘ ਗਈ ਵਾਲੀ ਇਹੀ ਚੀਜ਼ ਜੋ ਸੋਚ ਸਾਡੀ ਤਬਦੀਲ ਹੋ ਗਈ ਨਾ ਕਿ ਅਸੀਂ ਰੇਸ ਹੀ ਲਾਉਂਦੇ ਰਹੇ ਹਾਂ, ਅੱਗੇ ਕਿਉਂ ਲੰਘ ਗਏ। ਇਹੀ ਕਾਰਨ ਜੇ ਕਿ ਅੱਜ ਕਿਸਾਨ ਜਿੱਥੇ ਬੈਠੇ ਨੇ, ਜਿੱਥੇ ਹੀਰਾਂ ਘੱਟ ਕੇ ਅੱਜ ਪਹਿਲੀ ਵਾਰ ਮੈਂ ਬੜੀ ਖੁਸ਼ ਹਾਂ ਕਿ ਜਿਸ 'ਚ ਸਾਡੀਆਂ ਮਾਵਾਂ ਵੀ ਨਿਕਲੀਆਂ, ਬੱਚੀਆਂ ਭੈਣਾਂ ਸਾਰੀਆਂ ਨਿਕਲੀਆਂ ਨੇ, ਆਪ ਟਰੈਕਟਰ ਚਲਾਉਂਦੀਆਂ ਵੀ ਨਿਕਲੀਆਂ ਨੇ, ਦਿਖਾਇਆ ਉਹਨਾਂ ਨੇ ਕਿ ਅਸੀਂ ਇਸ ਤਰ੍ਹਾਂ ਦੀ ਮੁਹਿੰਮ ਵਿੱਚ ਨਾਲ ਸ਼ਾਮਲ ਹਾਂ। ਪਰ ਕਮਾਲ ਵੇਖੋ ਕਿ ਸਾਡੇ ਜਿੰਨੇ ਭਾਵੇਂ ਫੇਸਬੁੱਕ ਟਵਿੱਟਰਾਂ ਤੇ ਵੱਡੀ ਗਿਣਤੀ ਸਾਰੇ ਜਿਹੜੇ ਸ਼ਾਬਾਸ਼ੀ, ਆਹ ਦੇਖੋ ਇੱਕ ਹੋਰ ਗੱਭਰੂ ਨਿਕਲਿਆ, ਆਹ ਇੱਕ ਹੋਰ ਲੀਡਰ ਨਿਕਲਿਆ, ਇਹ ਸੁਣੋ ਇਹਨੇ ਕੀ ਕਮਾਲ ਦਾ ਕਹਿ ਦਿੱਤਾ, ਇਹ ਸਿੰਘ ਨੇ ਕੀ ਕਹਿ ਦਿੱਤਾ। ਯਾਨੀ ਕਿਤੇ ਇਹ ਵੱਡੀ ਗਿਣਤੀ 'ਚ ਪ੍ਰਮੋਟ ਨਹੀਂ ਕੀਤੀਆਂ ਜਾਂਦੀਆਂ ਕਿ ਸਾਡੀਆਂ ਧੀਆਂ ਨੇ ਆਵਾਜ਼ ਚੁੱਕੀ ਤੇ ਜਿਹੜੀਆਂ ਬੋਲਦੀਆਂ ਉਹਨਾਂ ਨੂੰ ਬਹੁਤ ਸਾਰੀਆਂ ਬੇਟੀਆਂ ਨੂੰ ਰਟੀ ਰਟਾਈ ਕਵਿਤਾ ਦੇ ਕੇ ਖੜਾ ਕਰ ਦਿੱਤਾ ਜਾਂਦਾ ਹੈ, ਬੋਲ ਕੇ ਤੇ ਆ ਜਾ ਪਈ ਤੇਰੀ ਸ਼ਮੂਲੀਅਤ ਹੋ ਗਈ। ਪਰ ਜੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇੱਕ ਵਾਰ ਇਹ ਦਿਖਾ ਦਿੱਤਾ ਜਾਏ ਕਿ ਇੱਕ ਹਫ਼ਤਾ ਨਿਰੀਆਂ ਪੰਜਾਬ ਦੀਆਂ ਔਰਤਾਂ ਖੜ ਕੇ ਉੱਥੇ ਗੱਜੀਆਂ, ਮੈਂ ਤੁਹਾਨੂੰ ਉਸੇ ਦਿਨ ਦਾਅਵੇ ਨਾਲ ਕਹਿ ਸਕਦੀ ਹਾਂ ਅੱਗ ਲੱਗ ਜਾਣੀ ਜੇ ਪੰਜਾਬ ਵਿੱਚ।
ਕਿ ਜੇ ਸਵੇਰ ਤੋਂ ਸ਼ਾਮ ਤੱਕ ਉਸ ਪੂਰੇ ਸਟੇਜ ਤੇ ਔਰਤਾਂ ਇੱਕ ਹਫਤਾ ਵੀ ਬੋਲ ਗਈਆਂ ਨਾ ਤਾਂ ਇਹ ਹਿੰਦੁਸਤਾਨ ਕੰਬ ਜਾਣਾ, ਕਿਉਂਕਿ ਇੱਥੇ ਦੀਆਂ ਜਦੋਂ ਮਾਂ ਦੁਰਗਾ ਤੋਂ ਨਿਕਲਣਗੀਆਂ ਜਾਂ ਮਾਂ ਚੰਡੀ ਬਣ ਕੇ ਜਿਹੜੀ ਨਿਕਲੀ ਤੇ ਉਹ ਲਗਾਤਾਰ ਲੀਡ ਕਰਦੀ ਰਹੀ, ਪੂਰੇ ਪਿੰਡ 'ਚ ਇੱਕ ਵੀ ਕੋਈ ਭਰਾ ਜਾਂ ਪਿਓ ਨਹੀਂ ਹੋਏਗਾ ਜਾਂ ਪੁੱਤ ਜਿਹੜਾ ਉਸ ਗੱਜਦੀ ਹੋਈ ਆਵਾਜ਼ ਤੋਂ ਰਹਿ ਕੇ ਅੰਦਰ ਤੜ ਕੇ ਰਹਿ ਜਾਏਗਾ। ਤੇ ਕੱਲਾ ਪਿੰਡ ਦਾ ਨਹੀਂ, ਪੂਰੇ ਪੰਜਾਬ ਦਾ ਹਰ ਗੱਭਰੂ ਉੱਠੇਗਾ ਕਿ ਮੇਰੀ ਭੈਣ ਜਾਂ ਮੇਰੀ ਮਾਂ ਜਾਂ ਮੇਰੀ ਮਾਸੀ ਖੜ ਕੇ ਇਹ ਬੋਲ ਗਈ, ਲਾਹਨਤ ਦੇ ਗਈ ਮੈਨੂੰ, ਮੈਂ ਕਿਵੇਂ ਅੰਦਰ ਬਹਿ ਗਿਆ। ਉਸ ਦਿਨ ਪੂਰਾ ਪੰਜਾਬ ਨਿਕਲਿਆ ਹੋਏਗਾ ਸੜਕਾਂ ਤੇ, ਉਦੋਂ ਇਹ ਇੱਕਾ ਦੁੱਕਾ ਨਹੀਂ ਦਿਸਣੇ। ਤੁਹਾਨੂੰ ਲੱਗਦਾ ਹੈ ਕਿ ਜੇਕਰ ਲੀਡਰ ਬਣਾਇਆ ਜਾਵੇ ਔਰਤਾਂ ਨੂੰ ਤੇ ਹੀ ਸਾਡਾ ਹੱਲ ਹੈ? ਦੇਖੋ, ਹੱਲ ਇਹ ਹੈ ਜਾਂ ਨਹੀਂ ਤਾਂ ਸਮਾਂ ਦੱਸੇਗਾ, ਪਰ ਮੈਂ ਵਾਰ-ਵਾਰ ਇਹ ਕਹਿ ਰਹੀ ਹਾਂ, ਅਸੀਂ ਕਿਉਂ ਸੋਚ ਲਿਆ ਹੋਇਆ ਕਿ ਔਰਤ ਕਦੇ ਵੀ ਪੰਜਾਬ ਵਿੱਚ ਅਗਾਂਹ ਆ ਹੀ ਨਹੀਂ ਸਕਦੀ। ਆਖਰ ਕੌਣ ਨੇ ਜਿਹੜੇ ਕਹਿੰਦੇ ਨੇ ਕਦੇ ਇਹਨਾਂ ਨੂੰ 30% ਦੇਵਾਂਗੇ, ਕਦੇ 50% ਦੇਵਾਂਗੇ। ਕਹੋ ਜੀ ਖੁੱਲਾ ਸੱਦਾ ਹੈ, ਆਓ, ਜਿੰਨੀਆਂ ਆ ਸਕਦੀਆਂ ਉਹ ਆਓ। ਹੋ ਸਕਦਾ 100% ਉਹੀ ਹੋਣ, ਪਰ ਔਰਤ ਨੂੰ ਅਗਾਂਹ ਆਉਣ ਦਾ ਮੌਕਾ ਤਾਂ ਦਿਓ। ਇਹ ਜਿਹੜੀ ਵੱਡੀ ਗਿਣਤੀ ਚੁੱਪ ਕਰਕੇ ਬਹਿ ਗਈਆਂ ਨੇ ਔਰਤਾਂ, ਸਿਰਫ ਇਸ ਕਰਕੇ ਕਿ ਉਹਨਾਂ ਨੂੰ ਹੱਲਾਸ਼ੇਰੀ ਸਮਾਜ ਦੇਣ ਦੀ ਥਾਂ ਜਿਹੜਾ ਵੀ ਨਿਕਲਦਾ ਹੈ ਤੇ ਉਹ ਪਹਿਲਾਂ ਉਹਦਾ ਕਰੈਕਟਰ ਅਸੈਸੀਨੇਸ਼ਨ ਕਰਦਾ ਹੈ ਕਿ ਇਹ ਔਰਤ ਜੇ ਆ ਰਹੀ ਹੈ ਸਿਆਸਤ ਵੱਲ ਤਾਂ ਕਰੈਕਟਰਲੈਸ ਹੈ, ਯਾਨੀ ਬੰਦਾ ਜਾ ਰਿਹਾ ਤਾਂ ਠੀਕ ਹੈ, ਪਰ ਔਰਤ ਨਿਕਲੀ ਹੈ ਤਾਂ ਕਰੈਕਟਰਲੈਸ ਹੈ। ਕਿਉਂ? ਆਖਰ ਕਿਉਂ ਇਹ ਸੋਚ ਸਾਡੇ ਸਮਾਜ ਵਿੱਚ ਇਹ ਫੈਲਾ ਦਿੱਤੀ ਗਈ ਹੈ ਕਿ ਔਰਤ ਬਿਜ਼ਨਸ ਵੂਮਨ ਹੈ ਤਾਂ ਵੀ ਜਿਹੜੀ ਸਮਾਜ ਵਿੱਚ ਨਿਕਲਦੀ ਹੈ ਕੰਮ ਕਰਨ ਨੂੰ, ਉਹਦਾ ਸਿਰਫ ਇੱਕੋ ਹੀ ਹੱਲ ਬਣਾ ਛੱਡਿਆ ਕਿ ਕਰੈਕਟਰ ਅਸੈਸੀਨੇਸ਼ਨ ਕਰ ਦਿਓ। ਸੋ ਇਸ ਚੀਜ਼ ਤੋਂ ਜਦੋਂ ਤੱਕ ਸੋਚ ਲੋਕਾਂ ਦੀ ਤਬਦੀਲ ਨਹੀਂ ਹੋਣੀ, ਪਰ ਉਹਨੂੰ ਤਬਦੀਲ ਕਰਨ ਲਈ ਹਿੰਮਤ ਔਰਤਾਂ ਨੂੰ ਹੀ ਕਰਨੀ ਪੈਣੀ ਕਿ ਹਾਂ ਜੀ ਤੁਸੀਂ ਲਾਂਛਣ ਲਾ ਦਿੱਤਾ, ਠੀਕ ਹੈ, ਆਪਣਾ ਕਿਰਦਾਰ ਸਾਬਿਤ ਕਰਨ ਵਾਸਤੇ ਵੀ ਔਰਤ ਨੂੰ ਹੀ ਅੱਗੇ ਆਉਣਾ ਇਸ ਵੇਲੇ। ਕਿਉਂਕਿ ਅਸੀਂ ਪੂਰਾ ਜ਼ੋਰ ਲਾ ਲਿਆ ਇਹ ਕਹਿਣ ਵਿੱਚ ਕਿ ਭਾਈ ਸਪੋਰਟਿਵ ਰੋਲ ਤਾਂ ਅਦਾ ਕਰ ਦਿਓ ਨਾਲ ਆਉਣ ਵਿੱਚ, ਪਰ ਅਫਸੋਸ ਇਸ ਅੱਜ ਦੇ ਦਿਨ ਜੋ ਹਕੀਕਤ ਬੜੀ ਕੋਝੀ ਹੈ। ਮੈਂ ਗਵਾਹ ਇਸ ਕਰਕੇ ਆ ਕਿ ਬਤੌਰ ਡਾਕਟਰ ਬਹੁਤ ਕੁਝ ਲੋਕ ਢਿੱਡ ਨੰਗਾ ਕਰਕੇ ਜੋ ਦਿਖਾਉਂਦੇ ਨੇ, ਸੱਚਮੁੱਚ ਸ਼ੀਸ਼ਾ ਬਹੁਤ ਮਾੜਾ ਜੇ ਸਮਾਜ ਨੂੰ ਦਿਖਾਣਾ ਹੋਏ ਕਿ ਅੱਜ ਔਰਤ ਕਿੰਨੀ ਵੀ ਉੱਚੀ ਪੋਸਟ ਤੇ ਬੈਠੀ ਹੋਵੇ, ਭਾਵੇਂ ਫੌਜ ਵਿੱਚ ਹੈ, ਭਾਵੇਂ IPS ਆਫਿਸਰ ਹੈ, ਯਾਨੀ ਉਹਨੂੰ ਕਿਸੇ ਨਾ ਕਿਸੇ ਉੱਪਰਲੇ ਹਾਈ ਰੈਂਕ ਆਫਿਸਰ ਤੋਂ ਇਸ ਤਰੀਕੇ ਦਾ ਸ਼ੋਸ਼ਣ, ਭਾਵੇਂ ਉਹ ਮਾਨਸਿਕ ਹੈ ਜਾਂ ਸਰੀਰਕ, ਸਹਿਣਾ ਪੈ ਰਿਹਾ ਹੈ। ਭਾਵੇਂ ਉਹ ਬਿਜ਼ਨਸ ਦੇ ਵਿੱਚ ਹੈ ਜਾਂ ਕਿਸੇ ਵੀ ਸਰਕਾਰੀ ਆਫਿਸਰ ਜੇ ਹੈਗੇ, ਉੱਥੇ ਵੀ ਪ੍ਰਮੋਸ਼ਨ ਵਾਸਤੇ ਈਵਨ ਹਸਬੈਂਡਸ ਯੂਜ਼ ਕਰ ਰਹੇ ਨੇ ਵਾਈਵਸ ਨੂੰ ਕਿ ਮੈਂ ਪ੍ਰਮੋਸ਼ਨ ਲੈਣੀ ਹੈ ਤਾਂ ਬੌਸ ਅੱਗੇ ਪੇਸ਼ ਕਰ ਦਿੰਦੇ ਨੇ। ਇਹ ਚੀਜ਼ ਸਰੇਆਮ ਚੱਲ ਰਹੀ ਹੈ, ਵੱਡੀ ਪੱਧਰ ਤੇ ਚੱਲ ਰਹੀ ਹੈ। ਭਾਵੇਂ ਉਹਨੂੰ ਤੁਸੀਂ ਕਿੰਨਾ ਹੀ ਲੁਕਾਉਣ ਦੀ ਕੋਸ਼ਿਸ਼ ਕਰੋ, ਇਹ ਚੀਜ਼ਾਂ ਲੁਕੀਆਂ ਰਹਿੰਦੀਆਂ ਨਹੀਂ। ਤੁਹਾਡਾ ਬਹੁਤ ਵੱਡਾ ਤਜਰਬਾ ਹੈ ਹੁਣ ਤੱਕ, ਬਹੁਤ ਲੋਕਾਂ ਨੂੰ ਮਿਲੇ ਹੋ, ਬਹੁਤ ਧੀਆਂ ਨੂੰ ਸਾਂਭ ਵੀ ਰਹੇ ਹੋ ਆਪਣੇ NGO ਦੇ ਜ਼ਰੀਏ। ਜਾਂਦੇ ਜਾਂਦੇ ਆਖਰ ਦੇ ਵਿੱਚ ਫਿਰ ਕੀ ਫਾਰਮੂਲਾ ਦੇ ਕੇ ਜਾਓਗੇ ਔਰਤਾਂ ਨੂੰ ਆਪਣੀ ਜ਼ਿੰਦਗੀ ਦੇ ਤਜਰਬੇ 'ਚੋਂ? ਬਹੁਤ ਵੱਡੇ ਵੱਡੇ ਤਜਰਬੇ ਤੁਹਾਨੂੰ ਨਿੱਜੀ ਤੌਰ ਤੇ ਵੀ, ਚਾਹੇ ਉਹ ਨੌਕਰੀ ਨੂੰ ਲੈ ਕੇ ਹੋਣ ਜਾਂ ਫਿਰ ਤੁਹਾਡੀ ਸੰਸਥਾ ਨੂੰ ਲੈ ਕੇ ਹੋਏ ਹੋਣ, ਬਹੁਤ ਤਜਰਬੇ ਹੋਏ ਨੇ, ਕੌੜੇ ਔਰ ਜਿਹੜੇ ਮਿੱਠੇ ਤਜਰਬੇ ਨੇ। ਔਰਤ ਨੂੰ ਜਾਂਦੇ ਜਾਂਦੇ ਕੀ ਕਹੋਗੇ, ਕਿਵੇਂ ਸੰਭਲਣ ਹੋ? ਜੀ ਮੇਰਾ ਸੁਨੇਹਾ, ਮੈਂ ਜ਼ਿੰਦਗੀ ਹਮੇਸ਼ਾ ਇੱਕ ਪੋਜ਼ਿਟਿਵ ਵੇ ਨਾਲ ਜੀਣੀ ਸਿੱਖੀ ਹੈ, ਭਾਵੇਂ ਕਿੰਨਾ ਹੀ ਔਖਾ ਮੇਰੇ ਤੇ ਵੀ ਸਮਾਂ ਹੋਵੇ। ਮੈਂ ਇਹੋ, ਜਿਵੇਂ ਮੇਰੇ ਫਾਦਰ ਇਹ ਅਸਲ 'ਚ ਕਹਿੰਦੇ ਹੁੰਦੇ ਸਨ ਕਿ ਜ਼ਿੰਦਗੀ ਸਪੀਡ ਬ੍ਰੇਕਰ ਵਾਂਗ ਹੁੰਦੀ ਜੇ ਇਹਦੇ 'ਚ ਇੱਕੋ ਹੀ ਸਪੀਡ ਤੇ ਤੁਰੇ ਜਾਓ ਨਾ ਤਾਂ ਫਿਰ ਉਹ ਬੋਰੀਅਤ ਮਹਿਸੂਸ ਹੋਣ ਲੱਗ ਜਾਂਦੀ ਹੈ। ਰਤਾ ਕਿ ਝਟਕੇ, ਉਤਾਰ ਚੜਾਅ ਆਉਣ ਤਾਂ ਬਿਲਕੁਲ ਉਹ ਇੰਝ ਹੈ ਜਿਵੇਂ ਆਪਣੇ ਦਿਲ ਦੀ ਧੜਕਨ ਤੁਸੀਂ ਹੋਵੇ, ECG ਦੇਖੀ ਹੋਏਗੀ, ਉਤਾਰ ਚੜਾਅ ਜੇ ਸਿੱਧੀ ਲਾਈਨ ਆ ਜਾਏ ਤਾਂ ਮੌਤ ਦੀ ਨਿਸ਼ਾਨੀ ਹੈ। ਬਿਲਕੁਲ ਇਸੇ ਤਰ੍ਹਾਂ ਖੜੇ ਪਾਣੀ 'ਚ ਵੀ ਸੜਿਆਂਦ ਆ ਜਾਂਦੀ ਹੈ, ਵਗਦਾ ਰਹਿਣਾ ਚਾਹੀਦਾ। ਸੋ ਉਹ ਜ਼ਿੰਦਗੀ ਵਿੱਚ ਉਤਾਰ ਚੜਾਅ ਨਾ ਹੋਣ, ਜ਼ਿੰਦਗੀ ਨਹੀਂ ਹੁੰਦੀ। ਪਰ ਔਖੇ ਸਮੇਂ ਤੇ ਮੈਂ ਇਹੋ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਜ਼ਿੰਦਗੀ 'ਚ ਸਿਰਫ ਇੱਕ ਔਰਤ ਲਈ ਨਹੀਂ, ਮੇਰੇ ਵੀਰਾਂ ਲਈ, ਮੇਰੇ ਬੱਚਿਆਂ ਲਈ ਬਹੁਤ ਸਾਰੇ ਇਹੋ ਜਿਹੇ ਸਮੇਂ ਹੋਣਗੇ ਜਦੋਂ ਵਿਰੋਧ ਸਹਿਣਾ ਪੈਂਦਾ ਜੇ, ਤੇ ਉਹ ਵਿਰੋਧ ਵਿੱਚੋਂ ਅਸਲ 'ਚ ਉਹ ਸਮਾਂ ਹੁੰਦਾ ਜੇ ਜਦੋਂ ਤੁਸੀਂ ਨਿਖਰ ਕੇ ਨਿਕਲਣਾ ਹੁੰਦਾ। ਸੋ ਡਰ ਕੇ ਜਾਂ ਅੰਦਰ ਤੜ ਕੇ ਜਾਂ ਢਹਿੰਦੀ ਕਲਾ ਵਿੱਚ ਜਾਣਾ ਇਹ ਸੋਲਿਊਸ਼ਨ ਨਹੀਂ ਹੁੰਦਾ, ਸਗੋਂ ਉਹ ਮੌਕਾ ਹੁੰਦਾ ਕਿ ਅੱਛਾ ਤੁਸੀਂ ਤੀਰ ਮਾਰੇ,
ਹੁਣ ਮੇਰੇ ਸਬਰ ਦਾ ਵੀ ਹੱਦ ਵੇਖੋ ਕਿ ਮੈਂ ਕਿੱਥੇ ਆ। ਉਹਦੇ ਚੋਂ ਨਿੱਤਰ ਕੇ ਜਦੋਂ ਸਾਹਮਣੇ ਆਈਦਾ ਨਾ, ਫਿਰ ਤੁਸੀਂ ਇੱਕ ਸਖਤ ਜਾਨ ਬਣਦੇ ਹੋ ਕਿ ਹਾਂ ਜੀ ਚਲੋ ਇਹ 20 ਤੀਰ ਸਨ, ਅਗਲੀ ਵਾਰ 30 ਮਾਰ ਫਿਰ ਦੇਖਾਂਗੇ, ਹੁਣ 40 ਮਾਰ ਫਿਰ ਦੇਖਾਂਗੇ। ਪਰ ਜੇ ਹਿੰਮਤ ਛੱਡ ਦਿੱਤੀ ਤਾਂ ਫਿਰ ਤੁਸੀਂ ਖਤਮ ਹੋ ਗਏ ਹੋ, ਕਿਉਂਕਿ ਸਮਾਜ ਦਾ ਕੰਮ ਹੈ ਪਿਛਾਂ ਖਿੱਚਣਾ। ਦੇਖਿਓ ਨਿਊਟਨਸ ਲਾਅ ਹੈ ਕਿ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ। ਸੋ ਇਹਦਾ ਮਤਲਬ ਹੈ ਖੁਸ਼ ਤਾਂ ਹੋ ਜਾਓ ਕਿ ਭਾਈ ਪੂਰਾ ਜ਼ੋਰ ਤੁਹਾਨੂੰ ਪਿਛਾਂ ਧੱਕਣ ਤੇ ਲੱਗਿਆ ਤਾਂ ਸ਼ੁਕਰ ਹੈ ਰੱਬਾ, ਇਹਦਾ ਮਤਲਬ ਹੈ ਮੈਂ ਉਹਨਾਂ ਤੋਂ ਓਨਾ ਅਗਾਂਹ ਲੰਘ ਚੁੱਕਿਆ ਸੀ। ਬਿਲਕੁਲ ਇਹੋ ਅੱਜ ਮੈਂ ਸੁਨੇਹਾ ਦੇਣਾ ਚਾਹੁੰਦੀ ਹਾਂ ਸਾਰੀਆਂ ਸਾਡੀਆਂ ਬੀਬੀਆਂ ਨੂੰ, ਭੈਣਾਂ ਨੂੰ, ਬੱਚੀਆਂ ਨੂੰ ਕਿ ਤੁਸੀਂ ਦੱਬੀਆਂ ਰਹਿ ਚੁੱਕੀਆਂ, ਬੜਾ ਚਿਰ ਆਪਣੀਆਂ ਸਧਰਾਂ ਵੀ ਦੱਬੀਆਂ। ਪਰ ਅੱਜ ਅਸੀਂ ਜੇ ਖੜੇ ਹੋਏ ਹਾਂ ਤਾਂ ਯਾਨੀ ਆਪਣੇ ਸਾਥੀਆਂ ਨੂੰ ਦਬਾਉਣਾ ਨਹੀਂ, ਨਾਲ ਸਾਡੇ ਪਤੀ ਨੇ, ਸਾਡੇ ਬੱਚੇ ਨੇ, ਸਾਡੇ ਵੀਰ ਨੇ, ਉਹਨਾਂ ਨੂੰ ਦਬਾਉਣਾ ਨਹੀਂ, ਬਲਕਿ ਸਹੀ ਮਾਇਨਿਆਂ ਵਿੱਚ ਬਰਾਬਰ ਖੜੇ ਹੋਈਏ। ਉਹਨਾਂ ਨੂੰ ਕਹੀਏ ਕਿ ਅਸੀਂ ਤਾਂ ਇੱਕ ਦੂਜੇ ਦੇ ਪੂਰਕ ਹਾਂ ਤੇ ਅਸੀਂ ਜੇ ਬਾਕੀ ਚੀਜ਼ਾਂ ਵਿੱਚ ਆਪਣੀ ਪੋਜ਼ਿਟਿਵਿਟੀ ਦਿਖਾ ਚੁੱਕੇ ਹਾਂ ਤਾਂ ਇੱਕ ਵਾਰ ਇਹ ਵੀ ਅਜ਼ਮਾਓ ਕਿ ਅਸੀਂ ਪੰਜਾਬ ਨੂੰ ਬਿਹਤਰ ਬਣਾਉਣ ਲਈ, ਅਗਾਂਹ ਲਿਆਉਣ ਲਈ ਅਸੀਂ ਵੀ ਜ਼ਰੂਰ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ। ਸੋ ਮੇਰੀ ਤਾਂ ਸਲਾਹ ਇਹੋ ਹੈ ਕਿ ਜਿਵੇਂ IAS ਵਿੱਚ, IPS ਵਿੱਚ ਜੱਜਸ ਬਣ ਰਹੀਆਂ, ਵਕੀਲ ਬਣ ਰਹੀਆਂ ਬੱਚੀਆਂ ਬਹੁਤ ਵੱਡੀ ਗਿਣਤੀ 'ਚ, ਤਾਂ ਇਸ ਵਾਰ ਤਾਂ ਇੱਕ ਵਾਰ ਜ਼ਰੂਰ ਸਿਆਸਤ ਵਿੱਚ ਪੈਰ ਪਾਉਣ ਤੇ ਵੇਖਣ। ਫਿਰ ਮੇਰਾ ਖਿਆਲ ਹੈ ਪੰਜਾਬ ਵੇਖੇਗਾ ਕਿ ਜਦੋਂ ਇੱਥੇ ਕੋਈ ਔਰਤਾਂ ਅਗਾਂਹ ਆ ਕੇ ਇੱਕ ਵਾਰ ਕਮਾਨ ਸਾਂਭਦੀਆਂ ਨੇ ਤਾਂ ਵੇਖੋ ਤਬਦੀਲੀ ਕਿੱਦਾਂ ਦੀ ਹੁੰਦੀ ਹੈ। ਆਖਰ ਔਰਤ ਵਿੱਚ ਮਾਂ ਦਾ ਜਜ਼ਬਾ ਜੋ ਹੋਏਗਾ ਤਾਂ ਉਹ ਪੁੱਤਰਾਂ ਵਾਂਗ ਹੀ ਪਾਲੇਗੀ ਪੰਜਾਬ ਨੂੰ। ਤੇ ਮੈਂ ਉਮੀਦ ਕਰਦੀ ਹਾਂ ਕਿ ਬੜਾ ਖੂਬਸੂਰਤ ਤਰੀਕੇ ਇੱਕ ਵਾਰ ਫਿਰ ਹਰਾ ਭਰਾ ਪੰਜਾਬ ਲਿਆਉਣ ਵਿੱਚ ਇੱਕ ਕ੍ਰਾਂਤੀ ਇਸ ਵਾਰ ਔਰਤਾਂ ਨੂੰ ਲਿਆਉਣੀ ਪੈਣੀ ਹੈ। ਸੋ ਇਹਨਾਂ ਨੂੰ ਅਗਾਂਹ ਆਉਣਾ ਪੈਣਾ ਤਾਂ ਕਿ ਹੁਣ ਅਸੀਂ ਪੰਜਾਬ ਦੀ ਨੁਹਾਰ ਬਦਲ ਸਕੀਏ। ਬਹੁਤ ਹੋ ਗਿਆ, ਲੁੱਟ ਹੋ ਗਈ, ਅਸੀਂ ਚਮੜੀ ਉਧੜਵੇਲ ਨਾਲ ਲਈ ਸਾਡੇ ਪੰਜਾਬ ਦਾ ਪਾਣੀ ਗਿਆ, ਹਵਾ ਗਈ, ਕੁਝ ਵੀ ਸਾਫ਼ ਨਹੀਂ ਰਿਹਾ। ਜ਼ਬਾਨ ਵੀ ਗਈ, ਇਤਿਹਾਸ ਵੀ ਗਿਆ, ਸੱਭਿਆਚਾਰ ਵੀ ਗਿਆ। ਕਦੇ ਤਾਂ ਔਰਤ ਲਿਆ ਕੇ ਵੇਖੀਏ, ਇੱਕ ਮਾਂ ਦੇ ਹੱਥ ਪੰਜਾਬ ਫੜਾਈਏ ਕਿ ਦੇਖੋ ਕਿਵੇਂ ਪੰਜਾਬ ਫਿਰ ਦੁਬਾਰਾ ਸਾਂਭਿਆ ਜਾਂਦਾ ਹੈ। ਸੋ ਮੈਂ ਤੇ ਇਹੋ ਉਮੀਦ ਕਰਦੀ ਹਾਂ ਕਿ ਕਿਸਾਨੀ ਸੰਘਰਸ਼ ਵਿੱਚੋਂ ਵੀ ਮੇਰਾ ਖਿਆਲ ਹੈ ਹੁਣ ਔਰਤਾਂ, ਬੱਚੀਆਂ ਜ਼ਰੂਰ ਅਗਾਂਹ ਆਉਣਗੀਆਂ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਸੋਹਣੀਆਂ ਔਰ ਸਿੱਧੇ ਸਾਦੇ ਢੰਗ ਨਾਲ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤਾਂ ਕਿਸ ਤਰੀਕੇ ਨਾਲ ਇਸ ਪੰਜਾਬ ਦੀ ਨੁਹਾਰ ਨੂੰ ਬਦਲ ਸਕਦੇ ਨੇ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ ਹਰਸ਼ਿੰਦਰ ਕੌਰ, ਜਿਨ੍ਹਾਂ ਨੇ ਬਿਲਕੁਲ ਸਾਫ਼ ਔਰ ਸਪਸ਼ਟ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵੇਲੇ ਜ਼ਰੂਰਤ ਹੈ ਕਿ ਅਸੀਂ ਆਪਣੀਆਂ ਮਾਵਾਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੀਆਂ ਬੱਚੀਆਂ ਨੂੰ ਲੀਡਰ ਬਣਨ ਦਾ ਮੌਕਾ ਦਈਏ, ਉਹਨਾਂ ਸੰਘਰਸ਼ਾਂ ਦੇ ਰਾਹ ਪਾਈਏ ਜਿਨ੍ਹਾਂ ਸੰਘਰਸ਼ਾਂ ਦੇ ਵਿੱਚੋਂ ਉਹਨਾਂ ਦੀ ਹਿੰਮਤ ਅਤੇ ਜਜ਼ਬਾਤ ਦੇ ਸਦਕੇ ਅਸੀਂ ਫਤਿਹ ਹਾਸਿਲ ਕਰ ਸਕਦੇ ਹਾਂ। ਇਹ ਮੌਕਾ ਹੈ ਜਦੋਂ ਕਿਸਾਨੀ ਸੰਘਰਸ਼ ਆਪਣੇ ਪੂਰੇ ਜੋਬਣ ਦੇ ਉੱਤੇ ਹੈ ਤੇ ਅਜਿਹੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਧੀਆਂ ਨੇ, ਸਾਡੀਆਂ ਮਾਵਾਂ ਨੇ, ਉਹਨਾਂ ਦੇ ਵਿੱਚ ਲੀਡਰਸ਼ਿਪ ਕੁਆਲਿਟੀ ਹੈ ਜਿਹੜੀ ਉਸ ਦੀ ਅਸੀਂ ਜਿਹੜੀ ਕਹਿ ਸਕਦੇ ਹਾਂ ਕਿ ਉਸ ਨੂੰ ਅਸੀਂ ਅੱਗੇ ਲਿਆ ਕੇ ਲੀਡਰਸ਼ਿਪ ਕੁਆਲਿਟੀ ਨੂੰ ਅਸੀਂ ਆਪਣੇ ਮਿੱਥੇ ਹੋਏ ਜਿਹੜੇ ਟੀਚੇ ਹੈ ਉਹ ਪੂਰੇ ਕਰ ਸਕਦੇ ਹਾਂ। ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇਣਾ ਬਿਲਕੁਲ ਵੀ ਨਾ ਭੁੱਲਣਾ। ਫਿਰ ਵੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵਾਰ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਤੋਂ ਉਸ ਸਵਾਲ ਦਾ ਜਵਾਬ ਲੈ ਕੇ ਤੁਹਾਡੇ ਮਨ ਦੇ ਜਿਹੜੇ ਖਦਸ਼ੇ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ। ਫਿਲਹਾਲ ਮੈਨੂੰ ਦਿਓ ਆਗਿਆ। ਧੰਨਵਾਦ।